ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਜੈਨੂਅਨ ਜੀਕੇ ਫੈਕਟਸ ਤੇ। ਤਾਂ ਅੱਜ ਆਪਾਂ ਇੰਡੀਅਨ ਪੋਲਿਟੀ ਦਾ ਟੌਪਿਕ ਕਰਾਂਗੇ। ਉਹਦੇ ਵਿੱਚੋਂ ਪੁਰਾਣੇ ਜਿਹੜੇ MCQ ਪੁੱਛੇ ਹੋਏ ਨੇ ਤਾਂ ਉਹਨਾਂ ਨੂੰ ਇੱਥੇ ਆਪਾਂ ਡਿਸਕਸ ਕਰਾਂਗੇ। ਚਾਹੇ ਕੋਈ UPSC ਜਾਂ ਫਿਰ SSC ਜਾਂ ਫਿਰ ਸਟੇਟ PCS ਦੀ ਤਿਆਰੀ ਕਰ ਰਿਹਾ ਤਾਂ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਆ, ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਤਾਂ ਅੱਜ ਜਿਹਦੀ ਆਪਾਂ ਗੱਲ ਕਰਾਂਗੇ DPSP ਯਾਨੀ ਕਿ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੀ ਗੱਲ ਕਰਾਂਗੇ। ਤਾਂ ਇਹ ਸਾਡੇ ਕਿਹੜੇ ਭਾਗ ਦੇ ਵਿੱਚ ਆ, ਤਾਂ ਭਾਗ ਦੀ ਗੱਲ ਕਰੀਏ ਤਾਂ ਭਾਗ ਚੌਥਾ, ਠੀਕ ਆ। ਅਤੇ ਜੇ ਆਪਾਂ ਗੱਲ ਕਰੀਏ ਆਰਟੀਕਲ ਮੀਨਸ ਕਿ ਅਨੁਛੇਦ ਦੀ ਗੱਲ ਕਰੀਏ ਤਾਂ ਇਹਦੇ 'ਚ ਆਪਣੇ ਅਨੁਛੇਦ ਹੈਗੇ ਨੇ 36 ਤੋਂ ਲੈ ਕੇ 51 ਤੱਕ ਨੇ। ਔਰ ਜੇ ਆਪਾਂ ਗੱਲ ਕਰੀਏ ਕਿ ਆਪਣੇ ਭਾਗ ਜਿਹੜੇ ਕਿੰਨੇ ਆ, ਇਸ ਤੋਂ ਬਾਅਦ ਪਹਿਲਾ ਅਤੇ ਭਾਗ ਦੂਜਾ, ਭਾਗ ਤੀਜਾ। ਜਿਹੜਾ ਪਹਿਲਾ ਗਾ ਉਹਦੇ 'ਚ ਤਾਂ ਯੂਨੀਅਨ ਐਂਡ ਟੈਰੀਟਰੀ ਦੀ ਗੱਲ ਕੀਤੀ ਗਈ ਆ ਔਰ ਆਰਟੀਕਲ 1 ਤੋਂ ਲੈ ਕੇ 4 ਤੱਕ ਕਵਰ ਕਰਦਾ। ਜਿਹੜਾ 2 ਆ ਇਹਦੇ 'ਚ ਸਿਟੀਜ਼ਨਸ਼ਿਪ ਯਾਨੀ ਕਿ ਨਾਗਰਿਕਤਾ ਜਿਹੜੀ ਉਹ ਆ ਉਹ 5 ਤੋਂ ਲੈ ਕੇ 11 ਤੱਕ ਕਵਰ ਆ। ਜਿਹੜਾ ਤੀਸਰਾ ਇਹਦੇ 'ਚ ਸਾਡੇ ਫੰਡਾਮੈਂਟਲ ਰਾਈਟ ਮੀਨਸ ਕਿ ਮੌਲਿਕ ਅਧਿਕਾਰ ਕਵਰ ਕੀਤੇ ਹੋਏ ਨੇ ਅਤੇ ਉਹਨਾਂ ਦੇ ਵਿੱਚ 12 ਤੋਂ ਲੈ ਕੇ 35 ਤੱਕ ਆਰਟੀਕਲ ਨੇ ਜਿਹੜੇ ਉਹ ਕਵਰ ਕੀਤੇ ਹੋਏ ਨੇ। ਹੋਪਸੋ ਤੁਹਾਨੂੰ ਇੰਨੀ ਕੁ ਚੀਜ਼ ਬਿਲਕੁਲ ਕਲੀਅਰ ਹੋ ਗਈ ਹੋਊਗੀ। ਤਾਂ ਹੁਣ ਜਿਹੜਾ DPSP ਦੀ ਗੱਲ ਕਰਾਂਗੇ ਤਾਂ ਬੱਚੇ ਇਹਦੇ 'ਚ ਜਿਹੜਾ ਪੰਚਾਇਤੀ ਰਾਜ ਆ ਉਹ ਵੀ ਇਹਦੇ 'ਚ ਪਹਿਲਾਂ ਰੱਖਿਆ ਗਿਆ ਸੀ, ਠੀਕ ਹੈ। ਤਾਂ ਇਹਦੇ ਬਾਰੇ ਕੀ ਇੰਪੋਰਟੈਂਟ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਇੱਥੇ ਡਿਸਕਸ ਕਰਾਂਗੇ। ਤਾਂ ਪਹਿਲਾ ਪ੍ਰਸ਼ਨ ਕੀ ਕਹਿੰਦਾ, ਦੇਖੋ ਆਪਾਂ ਸਪੈਸ਼ਲੀ ਕਿਹਾ ਸੀਗਾ ਵੀ ਜਾਂ ਤਾਂ ਫਿਰ ਉਹ ਕੋਈ UPSC ਦੀ ਤਿਆਰੀ ਕਰ ਰਿਹਾ, ਠੀਕ ਹੈ, ਜਾਂ ਫਿਰ ਸਟੇਟ PCS ਦੀ ਤਿਆਰੀ ਕਰ ਰਿਹਾ। ਮੀਨਸ ਕਿ PPSC ਨੈਬ ਤਹਿਸੀਲਦਾਰ ਦਾ ਪੇਪਰ ਵੀ ਤਾਂ PPSC ਨੇ ਕੰਡਕਟ ਕਰਵਾਉਣਾ, ਠੀਕ ਹੈ, ਨੈਬ ਦਾ। ਤਾਂ ਬੱਚੇ PCS ਦਾ ਵੀ ਇਹਦੇ ਦੁਆਰਾ ਹੀ ਕੰਡਕਟ ਕਰਵਾਇਆ ਜਾਣਾ। ਸੋ ਸਟੇਟਮੈਂਟ ਵਾਲੇ ਕੁਐਸਚਨ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੇ। ਪਹਿਲਾ ਪ੍ਰਸ਼ਨ ਇਹਦੇ 'ਚੋਂ ਦੱਸਣਾ ਵੀ ਕਿਹੜੀ ਸਟੇਟਮੈਂਟ ਟਰੂ ਆ DPSP ਦੇ ਬਾਰੇ ਦੇ ਵਿੱਚ। ਪਹਿਲਾ, ਦ ਕੰਸੈਪਟ ਵਾਜ਼ ਮੈਂਸ਼ਨਡ ਇਨ ਦ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਐਕਟ ਦੇ ਵਿੱਚ ਕੰਸੈਪਟ ਮੈਂਸ਼ਨ ਕੀਤਾ ਹੋਇਆ। ਦੂਸਰਾ, DPSP ਆਰ ਨਾਟ ਲੀਗਲੀ ਇਨਫੋਰਸੇਬਲ, ਵੀ ਮਤਲਬ ਕਿ ਕਾਨੂੰਨੀ ਤੌਰ 'ਤੇ ਇਨਫੋਰਸੇਬਲ ਇਹ ਨਹੀਂ ਹੈਗੇ। ਤਾਂ ਇਹਦੇ 'ਚੋਂ ਆਪਾਂ ਕੀ ਕਰਨਾ, ਕਰੈਕਟ ਆਨਸਰ ਚੂਜ਼ ਜਿਹੜਾ ਉਹ ਕਰਨਾ। ਤਾਂ ਦੇਖੋ ਬੱਚੇ, ਜਿਹੜਾ 1935 ਦਾ ਐਕਟ ਆਇਆ ਸੀ ਉਹਦੇ 'ਚ ਇਹ ਚੀਜ਼ ਕੰਸੈਪਟ ਸੀਗਾ ਜਿਹੜਾ ਮੈਂਸ਼ਨ ਕੀਤਾ ਹੋਇਆ ਸੀ, ਬਿਲਕੁਲ ਠੀਕ ਆ। ਤਾਂ ਓਨਲੀ 1 ਇਹਨੂੰ ਆਪਾਂ ਠੀਕ ਰੱਖ ਸਕਦੇ ਹਾਂ ਹਜੇ, ਕਿਉਂਕਿ ਦੂਜੀ ਆਪਸ਼ਨ ਆਪਾਂ ਦੇਖਣੀ ਆ। ਓਨਲੀ 2 ਇਹਦੇ 'ਚ ਇੱਕ ਹੈ ਨਹੀਂ, ਇਹ ਵੀ ਗਿਆ। ਨਨ ਆਫ ਦਾ ਅਬਵ ਪਹਿਲਾ, ਠੀਕ ਆ, ਇਹ ਵੀ ਗਿਆ। ਤਾਂ ਹੁਣ ਤੁਹਾਡੇ ਕੋਲੇ ਆਹ 2 ਆਪਸ਼ਨਾਂ ਨੇ, ਠੀਕ ਹੈ। ਤਾਂ ਇਹਨਾਂ ਦੇ ਵਿੱਚੋਂ ਆਨਸਰ ਚੂਜ਼ ਕਰਨਾ। DPSP ਆਰ ਨਾਟ ਲੀਗਲੀ ਇਨਫੋਰਸੇਬਲ, ਤਾਂ ਇਹ ਚੀਜ਼ ਬਿਲਕੁਲ ਠੀਕ ਆ ਵੀ ਇਹ ਨੇਚਰ ਦੇ ਵਿੱਚ ਇਨਫੋਰਸ ਨਹੀਂ ਕੀਤੇ ਜਾ ਸਕਦੇ। ਤਾਂ ਇੱਥੇ ਕਰੈਕਟ ਆਨਸਰ ਕੀ ਹੋ ਜਾਊਗਾ, ਆਪਸ਼ਨ C, ਪਹਿਲਾ ਅਤੇ ਦੂਜਾ ਦੋਨੋਂ ਇੱਥੇ ਕਰੈਕਟ ਨੇ। ਤਾਂ ਫਿਰ ਤੋਂ ਧਿਆਨ 'ਚ ਰੱਖਣਾ ਪਾਰਟ ਕਿਹੜਾ ਸਾਡੇ ਸੰਵਿਧਾਨ ਦਾ ਇਹ ਚੌਥਾ ਗਾ, ਅਤੇ ਇਹਦੇ 'ਚ ਆਰਟੀਕਲ ਕਿੰਨੇ ਨੇ ਆਪਾਂ ਬੱਚੇ ਰੱਟ ਲੈਣੀ ਹੈ ਇਹ ਚੀਜ਼, 36 ਤੋਂ ਲੈ ਕੇ 51 ਤੱਕ ਨੇ, ਠੀਕ ਆ। ਅਤੇ ਸਾਡੇ ਕੋਲੇ ਸੋਰਸ ਕੀ ਆ, ਅਸੀਂ ਇਹਨੂੰ ਕਿੱਥੋਂ ਫੋਲੋ ਕੀਤਾ ਹੋਇਆ, ਅਸੀਂ ਇਹਨੂੰ ਅਡੋਪਟ ਕੀਤਾ ਹੋਇਆ ਆਇਰਸ ਕੌਂਸਟੀਟਿਊਸ਼ਨ ਯਾਨੀ ਕਿ ਆਇਰਸ ਦੇ ਸੰਵਿਧਾਨ ਤੋਂ। ਅਤੇ ਆਇਰਸ ਵਾਲਿਆਂ ਦਾ ਆਰਟੀਕਲ ਕਿੰਨਾ ਸੀ ਜਿੱਥੋਂ ਅਸੀਂ ਚੱਕਿਆ ਇਹ ਚੀਜ਼, ਤਾਂ ਆਰਟੀਕਲ 45। ਅਤੇ ਅੱਗੇ ਆਇਰਸ ਨੇ ਕਿੱਥੋਂ ਲਿਆ ਸੀ, ਉਹਨਾਂ ਨੇ ਅੱਗੇ ਇਹ ਲਿਆ ਸੀਗਾ ਸਪੇਨ ਤੋਂ, ਠੀਕ ਹੈ। ਤਾਂ ਆਇਰਸ ਵਾਲਿਆਂ ਦਾ 1937 ਹੈ, ਕੁਛ ਐਵੇਂ ਕਰਕੇ ਇਹ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖ ਸਕਦੇ ਹੋ। ਹੋਪਸੋ ਤੁਹਾਨੂੰ ਇੰਨੀ ਚੀਜ਼ ਬਿਲਕੁਲ ਕਲੀਅਰ ਹੋ ਗਈ ਹੋਊਗੀ, ਠੀਕ ਹੈ। ਚਲੋ ਦੂਸਰਾ ਪ੍ਰਸ਼ਨ, ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲ, ਇਹਨਾਂ ਦੇ ਵਿੱਚੋਂ ਜਿਹੜੇ ਆਰਟੀਕਲ ਨੇ ਕੰਜਿਸਟ ਕਰਦੇ ਨੇ ਇਕੁਅਲ ਪੇ ਫॉर ਇਕੁਅਲ ਵਰਕ ਫॉर ਮੈਨ ਐਂਡ ਵੂਮਨ ਦੇ ਲਈ, ਠੀਕ ਆ। ਜਿਵੇਂ ਕਿ ਹੁਣ ਮੰਨ ਲਓ, ਠੀਕ ਆ, 6 ਤੋਂ 8 ਵਜੇ ਤੱਕ ਦੀ ਕੋਈ ਡਿਊਟੀ ਜੋਬ ਕਰਦਾ, ਠੀਕ ਆ, ਸੇਮ ਕੰਪਿਊਟਰ 'ਤੇ ਕੰਮ ਕਰਨਾ। ਇੱਥੇ ਮੈਨ ਵੀ ਕਰ ਰਿਹਾ, ਇੱਥੇ ਵੂਮਨ ਵੀ ਕਰ ਰਹੀ ਆ, ਇਹ ਵੀ ਉਨੇ ਘੰਟੇ, ਇਹ ਵੀ ਉਨੇ ਘੰਟੇ, ਸੇਮ ਵਰਕ ਕਰ ਰਹੇ ਆ। ਅਤੇ ਇਹ ਨਹੀਂ ਹੈਗਾ ਵੀ ਇਹਨੂੰ ਇੱਥੇ 100 ਰੁਪਈਆ ਦਿੱਤਾ ਜਾਊਗਾ ਦਿਨ ਦਾ, ਇਹਨੂੰ ਇੱਥੇ 50 ਰੁਪਏ ਦਿੱਤੇ ਜਾਣਗੇ। ਤਾਂ ਇੱਥੇ ਇਹਦੇ ਬਾਰੇ ਹੀ ਇਹ ਚੀਜ਼ ਗੱਲ ਕਰਦਾ ਕਿ ਜੇ ਉੱਥੇ ਇਕੁਅਲ ਪੇ ਹੋਊਗੀ, ਇਕੁਅਲ ਵਰਕ ਹੋਊਗਾ, ਮੈਨ ਆ ਚਾਹੇ ਫਿਰ ਵੂਮਨ ਆ, ਜੈਂਡਰ ਦੇ ਬੇਸ 'ਤੇ ਇੱਥੇ ਕੋਈ ਵੀ ਡਿਸਕ੍ਰਿਮੀਨੇਸ਼ਨ ਆ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਤਾਂ ਕਿਹੜਾ ਆਰਟੀਕਲ ਕਹਿੰਦਾ, ਦੇਖੋ ਆਪਾਂ ਗੱਲ ਕੀਤੀ ਵੀ ਭਾਗ ਚੌਥਾ, ਆਰਟੀਕਲ ਆਪਾਂ ਕਿੰਨੇ ਤੋਂ ਸ਼ੁਰੂ ਕੀਤੇ ਆ, 36 ਤੋਂ ਲੈ ਕੇ ਕਿੱਥੇ ਤੱਕ ਨੇ, 51 ਤੱਕ ਨੇ। ਤਾਂ ਆ ਤਾਂ 31 ਪਹਿਲਾਂ ਹੀ ਲੰਘ ਗਿਆ, ਠੀਕ ਆ। ਤਾਂ ਪਹਿਲੀ ਆਪਸ਼ਨ ਤਾਂ ਇਹਦੇ ਵਿੱਚੋਂ ਤੁਸੀਂ ਸਾਫ਼ ਹੀ ਕੱਟ ਦਿਓ, ਤਾਂ ਆਰਟੀਕਲ D ਆਪਸ਼ਨ ਇੱਥੇ 39 ਇਹਦਾ ਕਰੈਕਟ ਆਨਸਰ ਆ ਜਾਊਗਾ, ਠੀਕ ਹੈ। ਤਾਂ ਬੱਚੇ ਇੱਕ ਯਾਦ ਹੋਰ ਚੀਜ਼ ਰੱਖਣੀ ਆ, ਇੱਕ ਜਿਹੜਾ 39A ਆ ਉਹ ਇੱਥੇ ਬਾਅਦ ਦੇ ਵਿੱਚ ਐਡ ਕੀਤਾ ਗਿਆ ਸੀਗਾ, ਠੀਕ ਆ। 42ਵੀਂ ਸੋਧ ਹੋਈ ਸੀਗੀ। ਤਾਂ 42ਵੀਂ ਸੋਧ ਤਾਂ ਬੱਚੇ ਤੁਸੀਂ ਹਰ ਪੋਲਿਟੀ ਦੇ ਟੌਪਿਕ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ। ਕਦੋਂ ਹੋਈ ਹੈ, 1976 ਦੇ ਵਿੱਚ। ਚਾਹੇ ਕੋਈ ਐਗਜ਼ਾਮ ਦੀ ਤਿਆਰੀ ਕਰਦਾ, ਚਾਹੇ ਫਿਰ ਨਹੀਂ ਵੀ ਕਰਦਾ, ਤਾਂ ਉਹਦੇ ਬਾਰੇ ਤਾਂ ਤੁਹਾਨੂੰ ਜ਼ਰੂਰ ਤੋਂ ਪਤਾ ਹੋਣਾ ਚਾਹੀਦਾ। ਇਹਨੂੰ ਮਿਨੀ ਕੌਂਸਟੀਟਿਊਸ਼ਨ ਜਾਂ ਫਿਰ ਛੋਟਾ ਸੰਵਿਧਾਨ ਵੀ ਕਿਹਾ ਜਾਂਦਾ, ਬਿਕੋਜ਼ ਇਹਦੇ 'ਚ ਇੰਦਰਾ ਗਾਂਧੀ ਦੁਆਰਾ ਬਹੁਤ ਸਾਰੀਆਂ ਚੇਂਜਸ ਦੀਆਂ ਜਿਹੜੀਆਂ ਆਰਟੀਕਲ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਸੀਗੀਆਂ। ਕਲੀਅਰ ਹੋ ਗਿਆ। ਤਾਂ ਇਹਦੇ ਨਾਲ ਹੀ 39A ਐਡ ਕੀਤਾ ਗਿਆ ਸੀਗਾ
होर इहदे नाल ऐड किया गया सी 1/49F, ठीक है। तो यह दोनों भी ये नाल ही ऐड किए गए आ। नाल ही एक 43A आर्टिकल से जिहड़ा वो भी 42वीं अमेंडमेंट के नाल ऐड किया गया सी। तो 42वीं अमेंडमेंट की आ, इनू मिनी कॉन्स्टिट्यूशन कहते हैं बिकॉज 150 तो ज़्यादा आर्टिकलों के विच तब्दीलियां कीतियां गईयां सी। तो बच्चे स्पीड थोड़ी जी ज़्यादा रख के आप कवर करांगे, तो तुसीं वीडियो नूं दोबारा तो देख सकते हो। तो जिहड़े बच्चों ने वीडियो नूं लाइक नहीं किया, वीडियो नूं लाइक जरूर करो, अगे अपने दोस्तों मित्रों के नाल साझा भी करियो, तो चैनल नूं बच्चे ज़्यादा तो ज़्यादा सपोर्ट करियो तो शेयर जरूर करियो। देखो फिर तो तुहानूं स्टेटमेंट वाला प्रश्न आ गया, आर्टिकल 43 ऑफ DPSP स्टेट्स, ठीक है। तो ये बारे तुहानूं 3 स्टेटमेंट ने, तो ये आप इत्थों चीज़ तुसीं कीवर्ड फड़ना पहला। तो करैक्ट पूछा, मेक प्रोविजन फॉर जस्ट एंड ह्यूमन कंडीशन ऑफ वर्क एंड मैटरनिटी रिलीफ, सिक्योर आ लिविंग वेज, डिसेंट स्टैंडर्ड ऑफ लिविंग विद सोशल एंड कल्चरल अपॉर्चुनिटी फॉर ऑल वर्करस। तो यदा बच्चे जो करैक्ट आंसर है ओनली 2 एंड 3 हो जाऊगा। तो मेक प्रोविजन फॉर जस्ट एंड ह्यूमन कंडीशन ऑफ वर्क एंड मैटरनिटी रिलीफ, तो बच्चे ये प्रोविजन वगैरह यह कुछ नहीं है, तो सो बी ऑप्शन इतने करैक्ट आंसर हो जाऊगा। तो चौथा प्रश्न, विच वन ऑफ द आर्टिकल इन द कॉन्स्टिट्यूशन स्टेट द गांधीयन प्रिंसीपल। तो हुण तुसीं कहोगे भी ये की नवीं आइटम आ गई ये, ठीक है, भी मतलब कि गांधीवादी प्रिंसीपल किवें हो गया। तो बच्चे देखो जिहड़ा अपना भाग चौथा गा, भाग चौथे दे विच हैगे ने साडे DPSP स्टेट पॉलिसी, ठीक है, डायरैक्ट प्रिंसीपल स्टेट पॉलिसी। तो इनू 3 भागों के विच डिवाइड करके पढ़िया जाता, ठीक है। तो उन्होंने मैं तुहानूं नाम दस दिना, उन्होंने मैं तुहानूं आर्टिकल दस दिना, ठीक है, किहड़े-किहड़े किहदे नाल रेट करदे आ। तो देखो सारिਆਂ ਨੂੰ ਪਹਿਲਾਂ एक तो असीं पढ़ते हैं सोशलिस्ट प्रिंसीपल, तो दूसरे असीं पढ़ते हैं गांधीयन प्रिंसीपल जिन्हां दी इत्थे गल हो रही आ। इस तो बाद जिहड़े आ जांदे ने वो साडे हैगे ने लिबरल इंटलैक्चुअल, ठीक है। किहड़े पढ़ते हैं असीं लिबरल इंटलैक्चुअल, सोशल तो गांधीयन तो लिबरल इंटलैक्चुअल, ठीक है। तो जिहड़े गांधीयन प्रिंसीपल ने उन्हां दे विच किहड़े-किहड़े आर्टिकल शामिल हुंदे आ, 40 पंचायती राज, 43B, 46, 47, 48, ये सारे आर्टिकल ने जिहड़े ये गांधीयन प्रिंसीपल दे विच इनकलूड आउंदे आ। तो इन्हां ने पुछया भी इन्हां दे विचों किहड़े-किहड़े इहदे च आपां कवर करदे आ। देखो 40 तो स्टार्ट करदे आ असीं 48 ते लैके चले जांदे आ। तो इहदे च बच्चे करैक्ट आंसर की हो जाऊगा, ऑप्शन ए इहदा हो जाऊगा। तो इत्थे एक तुसीं इंपॉर्टेंट चीज़ देखनी आ कि जिहड़ा आर्टिकल 40 आ ना, तो यह मोस्ट इंपॉर्टेंट आ, क्यों? क्योंकि यह पंचायती राज नाल किते ना किते जाके जुड़ जांदा, ठीक है। क्योंकि अपने संविधान दे विच पंचायतां नूं दर्जा संविधानक कदों मिलिया, 73वीं सोध कीती असीं, एक 74वीं कीती आ, 73वीं पिंडां वाली पंचायत लई आ, 74वीं शहरां दे लई सीगा, ठीक आ। तो इन्हां तो पहिलां तो संविधान दे विच जिहड़ा आर्टिकल 40 सीगा इहदे च DPSP दे विच, तो इहदे च कहा गया सी जे किसी स्टेट नूं लगदा तो वो आपदी पंचायत इत्थे फॉर्म कर सकदी आ। तो आर्टिकल 40 दे विच पहिलां तो चीज़ कही हुई सी, होपसो तुहानूं अगे MCQ भी शायद ऐड किया होया था, बट मैनूं कन्फर्म नहीं, तुहानूं मैं आंसर हुणी दस दिंदा इहदा। तो आर्टिकल 40 दे विच तो इहदे सब तो पहिलां किहने कीती सी, राजस्थान दे विच बनाई गई सी, किहड़े जिले दे विच, नागौर जिले दे विच 1959 दे विच, ठीक है, पहली पंचायत बनाई गई सी। तो बच्चे होपसो तुहानूं इन्नी चीज़ क्लीयर हो गई होगी। जिहड़े लिबरल दे विच आर्टिकल आउंदे 44, 45, 48, 48A, 49, 50 ते 51, ठीक है। चलो नैक्सट प्रश्न देखते हैं। विच आर्टिकल स्टेट्स अबाउट यूनीफॉर्म सिविल कोड थ्रू आउट द कंट्री। यूनीफॉर्म का मतलब की हुंदा, जिवें स्कूलों के बच्चे यूनीफॉर्म हुंदी आ, उहदा मतलब हुंदा भी सारिਆਂ ਨੂੰ ਆਪਾਂ ਇੱਕੋ ਜਿੱਕੋ करना, ठीक है। तो ये चीज़ ਨੂੰ बस तुसीं ਐਵੇਂ याद रखना। तो यूनीफॉर्म सिविल कोड मतलब कहण तो भाव ਇਹ ਆ भी DPSP ਇਹ ਗੱਲ ਕਹਿੰਦਾ भी ਕਿਸੇ ਦੀ ਵਿਅਕਤੀਗਤ ਕਾਨੂੰਨ ਨੇ ਜਿਹੜੇ ਉਹ ਨਾ ਬਣਾਏ ਜਾਣ, ਜਿਵੇਂ ਵਿਆਹ ਸ਼ਾਦੀ ਤਲਾਕ ਵਗੈਰਾ ਦੇ ਲਈ ਕੋਈ ਚੀਜ਼ ਹੁੰਦੀ ਆ, ਤਾਂ यूनीफॉर्म सिविल कोड बराबर ਦਾ ਕਾਨੂੰਨ ਹੋਣਾ ਚਾਹੀਦਾ ਕਿਸੇ ਵਿਅਕਤੀਗਤ ਦੇ ਤੌਰ ਤੇ, ठीक है। तो ये ਕਿਹੜਾ आर्टिकल आ ਜਿਹੜਾ ਇਹਦੇ ਨਾਲ ਡੀਲ ਕਰਦਾ, तो ऑप्शन B करैक्ट आंसर आ जाऊगा ਇਹਦਾ आर्टिकल 44, ठीक है। तो आर्टिकल 44 ਦੇ ਵਿੱਚ ਇਹਦੀ ਗੱਲ ਕੀਤੀ ਗਈ ਆ। ਇਸ ਤੋਂ ਬਿਨਾਂ एक आर्टिकल ਜਿਹੜਾ ਤੁਸੀਂ ਇੱਥੇ 50 याद रखना, एक ਤੁਸੀਂ आर्टिकल ਜਿਹੜਾ 51 यानी कि 51 ਉਹ याद रखना। ਜਿਹੜਾ आर्टिकल 50 ਗਾ ਇਹਦੇ 'ਚ सैपरेशन ऑफ जुडिशरी की गल की गई है, ठीक है। सैपरेशन ऑफ जुडिशरी फ्रॉम एग्जीक्यूटिव ਦੇ ਨਾਲੋਂ जुडिशरी ਦਾ ਵੱਖਰਾ ਹੋਣ ਦੀ ਗੱਲ ਕੀਤੀ ਗਈ ਆ। और ਜਿਹੜਾ ਇਹ ਆ ਇਹਦੇ 'ਚ इंटरनेशनल पीस ऑफ सिक्योरिटी की गल की गई आ। बच्चे देखो हुण इत्थे दो चीज़ां हो जांदियां ने, एक तो तुहानूं ਇਹ वाला दिता जा सकता आर्टिकल 51, एक तुहानूं हो सकता आर्टिकल 51A। इत्थे किसी बच्चे ने कन्फ्यूज़ नहीं होना, बिकॉज जिहड़ा 51A है ना, ये भाग 4A दे विच चलिया जांदा। इत्थे आपां गल कर रहे हैं कल्ले भाग 4 दी, ठीक है।
ਤਾਂ ਇਹ ਜਿਹੜਾ 4A ਸੀ ਨਾ, ਇਹ ਬਾਅਦ ਦੇ ਵਿੱਚ ਵੀ ਅਮੈਂਡਮੈਂਟ ਦੇ ਨਾਲ ਜੋੜਿਆ ਗਿਆ। ਇਹਦੇ 'ਚ ਮੌਲਿਕ ਕਰਤੱਵ ਰੱਖੇ ਗਏ ਨੇ, ਮੀਨਸ ਕਿ ਫੰਡਾਮੈਂਟਲ ਡਿਊਟੀਜ਼ ਰੱਖੀਆਂ ਗਈਆਂ ਨੇ, ਤੇ ਇਹ ਰਿਕਮੈਂਡ ਕੀਤੀਆਂ ਸੀ ਸਵਰਨ ਸਿੰਘ ਕਮੇਟੀ ਨੇ। ਕਿਹਦੀ ਰਿਕਮੈਂਡੇਸ਼ਨ ਤੇ ਆ? ਸਵਰਨ ਸਿੰਘ ਕਮੇਟੀ ਦੀ ਰਿਕਮੈਂਡੇਸ਼ਨ ਤੇ ਆ। ਤਾਂ ਇਹਦੇ 'ਚ ਤੁਸੀਂ ਇਹ ਚੀਜ਼ ਨੂੰ ਯਾਦ ਰੱਖ ਸਕਦੇ ਹੋ। ਔਰ ਹੋਰ ਇਹਦੇ ਬਾਰੇ ਤੁਸੀਂ ਕੀ ਸੋਰਸ ਇਹਦਾ USSR ਸੀਗਾ, ਠੀਕ ਆ। ਬਾਕੀ ਆਪਾਂ ਇਹ ਟੌਪਿਕ ਦੇ ਵਿੱਚ ਇੰਨਾ ਹਜੇ ਨਹੀਂ ਜਾਵਾਂਗੇ, ਇੱਕ ਵਾਰੀ ਤੋਂ ਬਸ ਓਵਰਵਿਊ ਜਾਂ ਤੁਸੀਂ ਇਹਦਾ ਰੱਖ ਸਕਦੇ ਹੋ, ਠੀਕ ਆ। ਤੇ ਜਿਹੜਾ 49 ਆਰਟੀਕਲ ਇਹ ਕੀ ਕਹਿੰਦਾ? ਪ੍ਰੋਟੈਕਸ਼ਨ ਆਫ ਮੋਨੂਮੈਂਟਸ ਦੇ ਬਾਰੇ ਇਹ ਗੱਲ ਕਰਦਾ ਗਾ, ਠੀਕ ਆ। ਤੇ ਜਿਹੜਾ 48 ਆ ਇਹ ਵੀ ਗਾਂਧੀਅਨ ਦੇ ਵਿੱਚ ਆ ਜਾਂਦਾ। ਇਹਦੇ 'ਚ ਆ ਜਾਂਦਾ ਵੀ ਜਿਹੜੇ ਸਲੌਟਰ ਗਾਂ ਹੱਤਿਆ ਵਾਲੇ ਲੱਗੇ ਹੁੰਦੇ ਆ ਉਹਨਾਂ ਨੂੰ ਬੰਦ ਕਰਨ ਦੇ ਬਾਰੇ ਕਹਿੰਦਾ, ਔਰ ਬਰੀਡ ਆ ਜਿਹੜੀ ਕੋਈ ਵੀ ਉਹਨੂੰ ਇੰਪਰੂਵ ਕਰਨ ਦੇ ਲਈ ਕਿਹਾ ਜਾਂਦਾ। ਬਾਕੀ ਇਹਦੇ 'ਚ ਬੱਚੇ 48A ਦੀ ਗੱਲ ਕਰੀ ਸੀ ਆਪਾਂ, ਉਹ ਵੀ ਇਹਦੇ ਨਾਲ ਐਡ ਕੀਤਾ ਗਿਆ ਸੀ ਇਸੇ ਦੇ ਵਿੱਚ, ਠੀਕ ਹੈ। 42ਵੀਂ ਸੋਧ ਦੇ ਨਾਲ ਕੀਤਾ ਗਿਆ ਸੀ, ਠੀਕ ਹੈ। ਵੀ ਸਰਕਾਰ ਡਿਵੈਲਪਮੈਂਟ ਪ੍ਰੋਗਰਾਮ ਆ ਜਿਹੜੀ ਇਹਨਾਂ ਦੇ ਲਈ ਬਣਾਵੇ, ਐਗਰੀਕਲਚਰ ਔਰ ਐਨੀਮਲ ਹਸਬੈਂਡਰੀ ਦੇ ਲਈ ਵੀ ਇਹ ਚੀਜ਼ ਕੰਮ ਕਰਦੀ ਆ। ਉਸ ਤੋਂ ਬਿਨਾਂ ਜਿਹੜਾ ਆਰਟੀਕਲ ਹੈਗਾ 47 ਠੀਕ ਆ। 47 ਗੱਲ ਕਰਦਾ, ਮਤਲਬ ਕਿ ਤੁਸੀਂ ਮੋਟੇ ਤੌਰ ਤੇ ਯਾਦ ਰੱਖਣਾ, ਤਾਂ ਪਬਲਿਕ ਹੈਲਥ ਦੇ ਬਾਰੇ ਗੱਲ ਕਰਦਾ ਵੀ ਇਹ ਕੰਜੈਪਸ਼ਨ ਕਰਦੇ ਆ ਜਿਹੜੀ ਅਸੀਂ ਜ਼ਹਿਰੀਲੀ ਡਰਿੰਕਸ ਵਗੈਰਾ ਦੀ, ਡਰੱਗਸ ਦੀ, ਤਾਂ ਉਹਨਾਂ ਤੇ ਰੋਕ ਲਾਉਣ ਦੇ ਲਈ ਗੱਲ ਕਰਦਾ ਆਰਟੀਕਲ 47, ਠੀਕ ਆ। ਤਾਂ ਹੁਣ ਜੇ 47 ਦੀ ਗੱਲ ਕਰ ਲਈ ਤਾਂ 46 ਨੂੰ ਵੀ ਆਪਾਂ ਕਿਉਂ ਛੱਡਣਾ? ਤਾਂ ਇਹ ਕਰਦਾ ਵੀਕਰ ਸੈਕਸ਼ਨ ਦੇ ਬਾਰੇ, SC ST ਵੂਮਨ OBC ਇਹਨਾਂ ਦੇ ਬਾਰੇ ਗੱਲ ਕਰਦਾ, ਠੀਕ ਆ। ਤੇ ਇੱਕ ਇੰਪੋਰਟੈਂਟ ਆਰਟੀਕਲ ਸਾਡਾ 45। ਤਾਂ 45 ਕੀ ਕਹਿੰਦਾ? ਉਹਦੇ 'ਚ ਬਦਲਾਵ ਕੀਤਾ ਗਿਆ ਸੀ, 86ਵੀਂ ਅਮੈਂਡਮੈਂਟ ਹੋਈ ਸੀ 2002 ਦੇ ਵਿੱਚ, ਕਿ 0 ਤੋਂ 6 ਸਾਲ ਦੇ ਬੱਚਿਆਂ ਦੇ ਲਈ ਸਿੱਖਿਆ ਜਿਹੜੀ ਮੁਫਤ, ਔਰ ਡਿਵੈਲਪਮੈਂਟ ਐਂਡ ਚਿਲਡਰਨ ਪ੍ਰੋਗਰਾਮ ਵਗੈਰਾ ਇਹਦੇ 'ਚ ਆ ਜਾਂਦਾ, ਔਰ ਇਹ ਲਿਬਰਲ ਦੇ ਵਿੱਚ ਵੀ ਕਾਊਂਟ ਕੀਤਾ ਜਾਂਦਾ, ਠੀਕ ਹੈ। ਹੋਪਸੋ ਬੱਚੇ ਤੁਹਾਨੂੰ ਇੰਨੀਆਂ ਕੁ ਚੀਜ਼ਾਂ ਕਲੀਅਰ ਚੱਲਦੀਆਂ ਹੋਣਗੀਆਂ। ਜੇ ਕਿਸੇ ਬੱਚੇ ਦਾ ਕੋਈ ਡਾਊਟ ਬਚਦਾ ਬੱਚਾ, ਦੈਨ ਤੁਸੀਂ ਨੀਚੇ ਕਮੈਂਟ ਛੱਡ ਸਕਦੇ ਹੋ। ਔਰ ਪ੍ਰੀਤ ਐਜੂਕੇਸ਼ਨ ਨਾਮ ਦਾ ਚੈਨਲ ਸਾਡਾ, ਉਹਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਇਹਦੇ 'ਤੇ ਆਪਣਾ ਇੰਸਟਾਗ੍ਰਾਮ 'ਤੇ, ਔਰ UPSC ਟਾਰਗੇਟ 2023, ਠੀਕ ਹੈ। ਤਾਂ ਇਹ ਵੀ ਇੰਸਟਾ 'ਤੇ ਆ, ਇਹਦੇ ਤਕਰੀਬਨ 39-40 ਹਜ਼ਾਰ ਫੋਲੋ ਹੋਏ ਵੇ ਆ, ਤੁਸੀਂ ਇਹ 'ਤੇ ਵੀ ਜੁਆਇਨ ਕਰ ਸਕਦੇ ਹੋ। ਪ੍ਰੀਤ ਐਜੂਕੇਸ਼ਨ ਵੀ ਕਰ ਸਕਦੇ ਹੋ, ਵੈਸੇ ਉਹ ਹਲੇ ਨਵਾਂ ਗਾ ਬੱਚਾ, ਤਾਂ ਉਹ 'ਤੇ ਵੀ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ, ਠੀਕ ਆ। ਤਾਂ ਇਸ ਤੋਂ ਅਗਲਾ, ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਦ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਇਜ਼ ਨਾਟ ਕਰੈਕਟ। ਤਾਂ ਬੱਚੇ ਆ USA ਨਹੀਂ ਹੈਗਾ ਇੱਥੇ, ਠੀਕ ਆ। ਤਾਂ ਇਹਦੇ 'ਚ ਨਾਟ ਕਰੈਕਟ ਦੇ ਬਾਰੇ ਗੱਲ ਕੀਤੀ ਗਈ ਆ, ਤਾਂ C ਆਪਸ਼ਨ ਆ ਜੂਗੀ। ਪਹਿਲਾਂ ਦੇਖੋ DPSP ਕੌਨਸਟੀਟਿਊਟ ਸਰਟੇਨ ਆਈਡਲ ਫॉर ਸੋਸ਼ਲ ਜਸਟਿਸ, ਇਹਦੇ ਬਾਰੇ ਤਾਂ ਗੱਲ ਕਰਦਾ ਹੀ ਆ, ਠੀਕ ਆ। ਇਹ ਤਾਂ ਡਾਇਰੈਕਟ ਪ੍ਰਿੰਸੀਪਲ ਆਰ ਨਾਟ ਕਨਫਾਈਨਡ ਟੂ ਪਾਰਟ 4 ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ। ਤਾਂ ਬਾਕੀ ਬੱਚੇ ਦੇਖੋ ਇੱਥੇ ਤੁਸੀਂ ਇਹਨਾਂ ਨੇ ਪੁੱਛਿਆ ਸੀਗਾ ਵੀ ਨਾਟ ਕਰੈਕਟ ਕੀ ਆ? ਦਾ ਸੈਂਕਸ਼ਨ ਬਿਹਾਈਂਡ ਦਾ ਡਾਇਰੈਕਟ ਪ੍ਰਿੰਸੀਪਲ ਇਜ਼ ਲੀਗਲ, ਠੀਕ। ਇਸ ਤੋਂ ਬਾਅਦ ਨੈਕਸਟ ਪ੍ਰਸ਼ਨ ਦੇਖੋ, ਹਾਂ ਨਾ ਰੋਂਗ ਹੋ ਗਿਆ ਬੱਚੋ ਥੋੜਾ, ਸੌਰੀ। ਤਾਂ ਇੱਥੇ ਵੀ 7ਵਾਂ ਕੁਐਸਚਨ ਆ ਗਿਆ, ਇੱਥੇ ਵੀ 7ਵਾਂ ਕੁਐਸਚਨ ਆ ਗਿਆ, ਤਾਂ ਇੱਥੇ 8 ਕਰ ਲਿਓ। ਦਾ ਪੰਚਾਇਤੀ ਰਾਜ ਇੰਸਟੀਟਿਊਸ਼ਨ ਆਰ ਇਸਟੈਬਲਿਸ਼ਡ ਐਜ਼ ਪਰ ਕੌਨਸਟੀਟਿਊਸ਼ਨਲ ਡਾਇਰੈਕਸ਼ਨ ਆਫ ਦਾ। ਤਾਂ ਹੁਣ ਬੱਚੇ ਇਹਦੇ 'ਚ ਆ ਗਿਆ ਫੰਡਾਮੈਂਟਲ ਰਾਈਟ ਦੇ ਆਧਾਰ 'ਤੇ ਆ, ਫੰਡਾਮੈਂਟਲ ਡਿਊਟੀ ਦੇ ਆਧਾਰ 'ਤੇ ਆ, ਜਾਂ DPSP ਦੇ ਆਧਾਰ 'ਤੇ ਸਾਡੇ ਪੰਚਾਇਤਾਂ ਨੇ ਜਿਹੜੀਆਂ ਬਣਾਈਆਂ ਗਈਆਂ ਨੇ। ਵੀਡੀਓ ਦੇ ਵਿੱਚ ਤੁਹਾਨੂੰ ਆਨਸਰ ਤਾਂ ਇਹਦਾ ਆਲਰੇਡੀ ਦੱਸਿਆ ਜਾ ਚੁੱਕਿਆ, ਅਗਰ ਕਿਸੇ ਬੱਚੇ ਨੇ ਧਿਆਨ ਦੇ ਨਾਲ ਇਹ ਚੀਜ਼ ਨੂੰ ਦੇਖਿਆ ਹੋਊਗਾ। ਤਾਂ ਹੁਣ ਇਹਦੇ ਨਾਲ ਜੁੜੇ ਆਪਾਂ ਕੁਝ ਇੰਪੋਰਟੈਂਟ ਫੈਕਟ ਨੇ ਜਿਹੜੇ ਉਹ ਦੇਖ ਲਈਏ। ਇੱਕ ਪਾਸੇ ਤਾਂ ਅਸੀਂ ਰੱਖਦੇ ਹਾਂ DPSP ਨੂੰ, ਦੂਜੇ ਪਾਸੇ ਅਸੀਂ ਰੱਖਦੇ ਹਾਂ ਫੰਡਾਮੈਂਟਲ ਰਾਈਟਸ ਨੂੰ, ਠੀਕ ਆ। ਤਾਂ ਇਹਨਾਂ ਦੇ ਵਿਚਾਲੇ ਮੇਜਰ ਡਿਫਰੈਂਸ ਕੀ ਆ? ਤਾਂ ਬੱਚੇ ਜਿਹੜੇ ਇੱਧਰਲੇ ਨੇ ਇਹਨਾਂ ਨੂੰ ਤਾਂ ਮੈਂ ਇਸ ਕਲਰ ਨਾਲ ਲਿਖ ਦਿੰਦਾ DPSP, ਠੀਕ ਆ। ਇਹ ਕੀ ਹੁੰਦੇ ਨੇ? not justiciable or not bounded, clear। ਤਾਂ ਆ ਜਸਟਿਸੇਬਲ ਵੀ ਹੈਗੇ ਨੇ, ਇਹ ਬਾਉਂਡਡ ਵੀ ਫੰਡਾਮੈਂਟਲ ਰਾਈਟ ਹੈਗੇ ਨੇ, ਪਹਿਲਾ ਡਿਫਰੈਂਸ। ਤੇ ਦੂਸਰਾ ਜਿਹੜੇ DPSP ਨੇ, ਠੀਕ ਆ, ਜਿਹੜਾ ਆਪਣਾ ਬੱਚਾ ਹੈਗਾ DPSP ਆ, ਠੀਕ ਆ, ਇਹ ਹੁੰਦੇ ਨੇ ਪੋਜ਼ਿਟਿਵ, ਔਰ ਜਿਹੜੇ ਫੰਡਾਮੈਂਟਲ ਰਾਈਟ ਨੇ ਇਹਨਾਂ ਨੂੰ ਲਿਆ ਜਾਂਦਾ ਨੈਗੇਟਿਵ ਤੌਰ 'ਤੇ। ਹੁਣ ਨੈਗੇਟਿਵ ਤੌਰ 'ਤੇ ਕੀ? ਬਿਕੋਜ਼ ਫੰਡਾਮੈਂਟਲ ਰਾਈਟ ਦੇ ਆਧਾਰ 'ਤੇ ਸਰਕਾਰ ਆ ਜਿਹੜੀ ਉਹ ਕੰਮ ਪ੍ਰੋਪਰ ਨਹੀਂ ਕਰਦੀ, ਠੀਕ ਹੈ, ਕਿਉਂਕਿ ਇਹ ਆਪਾਂ ਉਹਨਾਂ ਨੂੰ ਰੋਕ ਦਿੰਦੇ ਆ ਚੀਜ਼। ਤਾਂ DPSP ਸਰਕਾਰ ਦੇ ਹੱਥ 'ਚ ਹੀ ਹੁੰਦੀ ਆ। ਤਾਂ ਇਹ ਚੀਜ਼ ਕਲੀਅਰ ਹੋ ਗਈ। ਤੇ ਦੂਸਰਾ ਆ ਵੀ ਵੈਲਫੇਅਰ ਦੀ ਗੱਲ ਕਰਦੇ ਆ, ਆ ਵੀ ਵੈਲਫੇਅਰ ਦੀ ਕੰਮ ਕਰਦੇ ਆ। ਤਾਂ ਇਹ ਵੈਲਫੇਅਰ ਦੀ ਗੱਲ ਕਰਦੇ ਨੇ ਪੂਰੀ ਕਮਿਊਨਿਟੀ ਦੇ ਲਈ DPSP, ਤੇ ਆਹ ਗੱਲ ਕਰਦਾ ਇੰਡੀਵਿਜੂਅਲ ਮੀਨਸ ਕਿ ਵਿਅਕਤੀਗਤ ਤੌਰ 'ਤੇ, ਠੀਕ ਆ। ਤੇ ਜਿਹੜਾ DPSP ਆ ਇਹ ਸੋਸ਼ਲ ਇਕਨੋਮਿਕ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਕਰਦਾ, ਤੇ ਜਿਹੜੇ ਫੰਡਾਮੈਂਟਲ ਰਾਈਟ ਨੇ ਉਹ ਪੋਲੀਟੀਕਲ ਡੈਮੋਕ੍ਰੇਸੀ ਨੂੰ ਸਥਾਪਿਤ ਕਰਨ ਦੀ ਗੱਲ ਕਰਦਾ। ਹੋਪਸ ਤੁਹਾਨੂੰ DPSP ਔਰ ਫੰਡਾਮੈਂਟਲ ਰਾਈਟ ਦੋਨੋਂ ਕਲੀਅਰ ਹੋ ਗਏ ਹੋਣਗੇ। ਬਾਕੀ ਜਿਹੜੇ ਬੱਚਿਆਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਰ ਦਿਓ, ਤੇ ਨਾਲ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ, ਅੱਗੇ ਸ਼ੇਅਰ ਵੀ ਕਰ ਦਿਓ। ਕਿਸੇ ਦਾ ਕੋਈ ਡਾਊਟ ਬਚਦਾ ਬੱਚਾ, ਦੈਨ ਤੁਸੀਂ ਉਹ ਨੀਚੇ ਛੱਡ ਸਕਦੇ ਹੋ। ਤਾਂ ਇਹਦਾ ਆਨਸਰ ਜ਼ਰੂਰ ਤੋਂ ਕਮੈਂਟ ਕਰਕੇ ਦੱਸਣਾ। ਵੀਡੀਓ ਦੇਖਣ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।